ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਟਾਰ ਟਾਕ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿੰਨੇ ਵੀ ਭਖਵੇਂ ਮਸਲੇ ਹੁੰਦੇ ਨੇ, ਕੋਈ ਕਰੰਟ ਇਸ਼ੂਜ਼ ਹੁੰਦੇ ਨੇ, ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਸੋ ਅੱਜ ਵੀ ਕੁਝ ਇੱਕ ਦੋ ਇਸ ਤਰ੍ਹਾਂ ਦੇ ਮਸਲੇ ਨੇ ਜਿਹੜੇ ਕਾਫੀ ਕਰੰਟ ਨੇ ਅਤੇ ਕਾਫੀ ਚਰਚਾ ਦੇ ਵਿੱਚ ਨੇ। ਖਾਸ ਕਰਕੇ ਇੱਕ ਤਾਂ ਜਿਹੜਾ ਅਫਗਾਨਿਸਤਾਨ ਦਾ ਮਸਲਾ ਹੈ, ਜਦੋਂ ਤੋਂ ਅਮਰੀਕਨ ਫੋਰਸਿਸ ਨੇ ਅਫਗਾਨਿਸਤਾਨ ਛੱਡਿਆ ਹੈ, ਅਫਗਾਨਿਸਤਾਨ ਦੇ ਵਿੱਚ ਕੀ ਹਾਲਾਤ ਨੇ ਉਹਦੇ ਬਾਰੇ ਕੁਝ ਚਰਚਾ ਕਰਾਂਗੇ। ਅਤੇ ਦੂਸਰਾ ਜਿਹੜਾ ਮਸਲਾ ਹੈ ਉਹ ਹੈ ਕੈਨੇਡਾ ਵਿੱਚ ਜਿਹੜੀਆਂ ਇਲੈਕਸ਼ਨਜ਼ ਕਾਲ ਹੋ ਗਈਆਂ ਨੇ, 20 ਸਤੰਬਰ ਨੂੰ ਇਲੈਕਸ਼ਨਜ਼ ਹੋਣੀਆਂ ਨੇ। ਸੋ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਵੀ ਕੀ ਇਸ ਸਮੇਂ ਇਹਨਾਂ ਦੀ ਲੋੜ ਸੀ ਜਾਂ ਇਹ ਠੀਕ ਹੈ। ਸੋ ਇਹਨਾਂ ਮਸਲਿਆਂ 'ਤੇ ਮੇਰੇ ਨਾਲ ਅੱਜ ਚਰਚਾ ਕਰਨਗੇ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਅੱਛਾ ਹਰਕੀਰਤ ਜੀ, ਆਪਾਂ ਕਿਉਂਕਿ ਇੰਟਰਨੈਸ਼ਨਲ ਮੁੱਦਾ ਹੈ ਅਫਗਾਨਿਸਤਾਨ 'ਤੇ ਸ਼ੁਰੂ ਕਰਦੇ ਹਾਂ। ਕਿਉਂਕਿ ਹੁਣ ਜੋ ਉੱਥੇ ਦੇ ਤਾਜ਼ਾ ਹਾਲਾਤ ਨੇ, ਇਹ ਕਿਹਾ ਜਾ ਰਿਹਾ ਵੀ ਜਿਹੜੀ ਤਾਲਿਬਾਨ ਨੇ ਤਕਰੀਬਨ ਜੇ ਕਿਹਾ ਜਾਵੇ ਸਾਰੇ ਅਫਗਾਨਿਸਤਾਨ 'ਤੇ ਹੀ ਕਬਜ਼ਾ ਕਰ ਲਿਆ, ਅਤੇ ਜਿਹੜੀ ਉੱਥੇ ਦੀ ਸਰਕਾਰ ਸੀ, ਚੁਣੀ ਹੋਈ ਸਰਕਾਰ, ਜਿਹੜੇ ਰਾਸ਼ਟਰਪਤੀ ਸੀ, ਉਹ ਦੇਸ਼ ਛੱਡ ਗਏ ਨੇ। ਸੋ ਜੋ ਹਾਲਾਤ ਨੇ ਉਹ ਕਹਿੰਦੇ ਨੇ ਵੀ ਕਾਫੀ ਉੱਥੇ ਖਰਾਬ ਨੇ, ਜੋ ਉੱਥੇ ਜ਼ਮੀਨੀ ਹਕੀਕਤ ਹੈ, ਬੜੇ ਮਾੜੇ ਹਾਲਾਤ ਨੇ। ਪਹਿਲਾਂ ਤਾਂ ਤੁਸੀਂ ਆਪਣੇ ਥੋੜ੍ਹੇ ਜਿਹੇ ਇਹਦੇ 'ਤੇ ਵਿਚਾਰ ਦਿਓ ਵੀ ਜੋ ਇੱਥੇ ਹਾਲਾਤ ਹੋਏ ਨੇ। ਦੇਖੋ ਜੀ, ਇਹ ਜਿਹੜੀਆਂ ਸਾਰੀਆਂ ਐਂਟੀਸਪੇਸ਼ਨਸ ਹੈ ਸੀ ਜਦ US ਨੇ ਵਿਡਰਾ ਕੀਤਾ ਉੱਥੋਂ, US ਆਰਮੀ ਛੱਡ ਕੇ ਆਈ ਹੈ ਅਫਗਾਨਿਸਤਾਨ। ਹਾਂਜੀ। ਤਾਂ ਉਹਨਾਂ ਨੇ ਕਿਹਾ ਸੀ ਕਿ 20 ਦਿਨ ਦੇ ਵਿੱਚ ਜਿਹੜੇ ਤਾਲਿਬਾਨ ਨੇ ਇਹ ਕਬਜ਼ਾ ਕਰ ਲੈਣਗੇ, ਲੇਕਿਨ 1 ਵੀਕ ਹੀ ਲੱਗਿਆ ਉਹਨਾਂ ਨੂੰ ਇਹ ਚੀਜ਼ ਸਾਰਾ ਕੁਝ ਕਰਨ ਵਾਸਤੇ। ਸੋ ਇਹਦਾ ਕਿਤੇ ਨਾ ਕਿਤੇ ਇਹ ਅੰਦੇਸ਼ਾ ਪਹਿਲਾਂ ਹੈ ਸੀ ਕਿ ਇਹ ਸਭ ਦੇਖਦੇ ਹੋਏ, ਪਿਛਲੇ 20 ਸਾਲ ਦੀ ਹਿਸਟਰੀ ਦੇਖਦੇ ਹੋਏ, 20 ਸਾਲ ਦੀ ਅਫਗਾਨਿਸਤਾਨ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਕਿ ਜੋ ਅਫਗਾਨਿਸਤਾਨ ਦੇ ਲੋਕ ਸੀ, ਕੀ ਉੱਥੇ ਦੀ ਸਰਕਾਰ ਸੀ, ਕਿ ਇਹ ਸਾਰੇ ਸਹੀ ਤਰੀਕੇ ਨਾਲ ਆਪਣਾ ਫਰਜ਼ ਨਿਭਾ ਰਹੇ ਸੀ ਜਾਂ ਨਹੀਂ ਨਿਭਾ ਰਹੇ ਸੀ। ਹੁਣ US ਆਰਮੀ ਇਹ ਗੱਲ ਕਰਦੇ ਨੇ ਕਿ ਉਹਨਾਂ 'ਚ ਖੁਦ US ਦੇ ਜਿਹੜੇ ਆਪਣਾ ਅਫਗਾਨਿਸਤਾਨ ਜਿਹੜੇ ਲੋਕ ਨੇ, ਉਹਨਾਂ 'ਚ ਜਿਹੜੀ ਸਿੰਸੀਅਰਟੀ ਸੀ ਉਹ ਨਹੀਂ, ਸਿੰਸੀਅਰਟੀ ਨਾਲ ਵਾਰ ਨਹੀਂ ਉਹ ਫਾਈਟ ਬੈਕ ਕਰ ਰਹੇ ਸੀ। ਮਤਲਬ ਜਿਹੜੇ ਅਫਗਾਨਿਸਤਾਨੀ ਲੋਕ ਸੀ ਜਾਂ ਜਿਹੜੇ ਉੱਥੇ ਦੇ ਫੌਜੀ ਸੀ। ਬਿਲਕੁਲ ਜੀ, ਬਿਲਕੁਲ ਇਹ ਗੱਲ ਹੈ। ਸੋ ਬਾਕੀ ਹੁਣ ਕਿਉਂਕਿ ਦੇਖੋ ਇਹ ਸਾਰਾ ਜਿਹੜਾ ਮਸਲਾ ਹੈ, ਇਹ ਸਾਡਾ ਜਿਹੜੀ ਸਿਚੁਏਸ਼ਨ ਹੈ, ਇਹ ਇੱਕ ਕੰਟਰੀ ਦੇ ਰਿਲੇਟਡ ਨਹੀਂ ਹੈਗੀ ਹੈ। ਉਹ ਜਿਹੜਾ ਖਿੱਤਾ ਹੈ ਨਾ ਸਿਮਰਤ ਜੀ, ਅਫਗਾਨਿਸਤਾਨ, ਉਹ ਬਹੁਤ ਇੰਪੋਰਟੈਂਟ ਹੈ ਪੋਲੀਟੀਕਲੀ, ਬਹੁਤ ਸਾਰੇ ਕੰਟਰੀ ਵਾਸਤੇ ਇੰਪੋਰਟੈਂਟ ਹੈ। ਇੰਡੀਆ ਵਾਸਤੇ, US ਵਾਸਤੇ, ਚਾਈਨਾ ਵਾਸਤੇ, ਪਾਕਿਸਤਾਨ ਵਾਸਤੇ, ਈਰਾਨ ਵਾਸਤੇ, ਰਸ਼ੀਆ ਵਾਸਤੇ, ਔਰ ਜਿਹੜੇ ਯੂਰਪ, ਖਾਸ ਕਰ ਯੂਰਪ ਦਾ ਜਿਹੜਾ ਡੋਰ ਹੈ ਉਹਦੇ ਨੇੜੇ ਹੈ ਬਿਲਕੁਲ। ਇਹ ਸੈਂਟਰ ਹੈ ਜਾਂ ਜਗ੍ਹਾ ਹੈ ਜਿੱਥੋਂ ਇਹਨੂੰ ਬੇਸ ਨੂੰ ਕਹਿ ਕੇ ਜਿੱਥੋਂ ਹਰ ਜਗ੍ਹਾ 'ਤੇ ਤੁਸੀਂ ਪਹੁੰਚ ਕੀਤੀ ਜਾ ਸਕਦੀ ਹੈ। ਸੋ ਇਹ ਹਰ ਵਾਸਤੇ ਇੰਪੋਰਟੈਂਟ ਹੈ। ਸੋ ਕਦੇ ਵੀ ਜਦ ਰਸ਼ੀਆ ਨੇ ਇਸ ਤੋਂ ਪਹਿਲਾਂ ਜਦ 79 ਦੇ ਵਿੱਚ ਜਾਂ ਉਸ ਤੋਂ ਬਾਅਦ ਜਦ ਇਹ ਗੱਲ ਹੋਈ ਹੈ ਕਿ ਰਸ਼ੀਆ ਨੇ ਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਤੋਂ ਬਾਅਦ ਫਿਰ ਤਾਲਿਬਾਨ ਜਾਂ ਉਦੋਂ ਬਾਅਦ ਜੋ ਵੀ ਇੰਸਰਜੈਂਟਸ ਆਏ ਉੱਥੇ ਔਰ US ਨੇ ਉਹਨਾਂ ਨੂੰ ਸਪੋਰਟ ਕੀਤੀ, ਰਸ਼ੀਆ ਵਿਡਰਾ ਕਰ ਗਿਆ। ਫਿਰ ਤਾਲਿਬਾਨ 96 ਦੇ ਵਿੱਚ ਇਹਨਾਂ ਨੇ ਸਰਕਾਰ ਬਣਾਈ ਤਾਲਿਬਾਨ ਨੇ 2001 ਤੱਕ। ਦੈਟ ਵਾਜ਼ ਵੈਰੀ ਕਹਿੰਦੇ ਬੜੀ ਹਾਰਡ ਲਾਈਨਰ ਸੀ ਉਹ, ਬੜੇ ਕੱਟੜ ਤਰੀਕੇ ਨਾਲ ਆਪਣਾ ਇਸਲਾਮਿਕ ਸਰਕਾਰ ਤਰੀਕੇ ਨਾਲ ਚੱਲਦੀ ਸੀ ਉਹ। ਅਗੇਨ ਦੇ ਵਰ ਓਵਰਥਰੋਨ, ਫਿਰ ਸਰਕਾਰ ਬਣੀ ਹੈਗੀ। ਸੋ ਇਹ ਜਿਹੜੀ ਉਹਨੇ ਦੇਖਿਆ ਪਿਛਲੇ 20 ਸਾਲ ਦੇ ਜਾਂ 30 ਸਾਲ ਦੀ ਦੇਖੀਏ, ਵਨਸ ਅਪੋਨ ਅ ਟਾਈਮ ਜਿਹੜਾ ਅਫਗਾਨਿਸਤਾਨ ਸੀ ਨਾ ਸਿਮਰਤ ਜੀ, ਉਹ ਇੱਕ ਮਲਟੀਕਲਚਰਲ ਕੰਟਰੀ ਹੋਇਆ ਕਰਦਾ ਸੀ। ਹਾਂਜੀ, ਇਸ ਤਰ੍ਹਾਂ ਦੱਸਦੇ ਕਹਿੰਦੇ ਜਦੋਂ ਤੋਂ ਇਹ 20 ਸਾਲ ਤੋਂ ਪਹਿਲਾਂ ਦੀਆਂ ਜੇ ਤਸਵੀਰਾਂ ਦੇਖੀਆਂ ਜਾਣ ਤਾਂ ਕਹਿੰਦੇ ਬੜਾ ਖੁਸ਼ਹਾਲ ਦੇਸ਼ ਸੀਗਾ, ਬਹੁਤ ਖੁਸ਼ਹਾਲ, ਮਲਟੀਕਲਚਰਲ। ਔਰ ਇਹ ਇੱਕ ਜਿਹਨੂੰ ਕਹੀਏ ਬਿਜ਼ਨਸ ਦਾ, ਟ੍ਰੇਡ ਦਾ, ਇਹ ਕਿਸੇ ਜ਼ਮਾਨੇ 'ਚ ਗੜ੍ਹ ਹੋਇਆ ਕਰਦਾ ਸੀ। ਔਰ ਈਵਨ ਸੈਂਚੁਰੀਜ਼ ਪਹਿਲਾਂ ਜਦ ਵੀ ਆਪਾਂ ਗੱਲ ਕਰਦੇ ਹਾਂ, ਸੋ ਇਹ ਟ੍ਰੇਡ ਰੂਟ ਸੀ ਇਹ ਅਪ ਟੂ ਕਾਬੁਲ, ਕੰਦਾਰ ਤੇ ਤੱਕ। ਸੋ ਇਹ ਕਿਤੇ ਨਾ ਕਿਤੇ ਉੱਥੇ ਦੀ ਜਿਹੜੀ ਮੇਨ ਜੋ ਆਪਾਂ ਗੱਲ ਕਰੀਏ, ਸੋ ਇਹ ਜਿਹੜੀ ਜੋਗ੍ਰਾਫੀਕਲ ਪੋਜੀਸ਼ਨ ਹੈ ਨਾ, ਉਹ ਬਹੁਤ ਇੰਪੋਰਟੈਂਟ ਹੈ। ਬਿਲਕੁਲ। ਸੋ ਇਹਦੇ ਨਾਲ ਜਿਹੜਾ ਹੁਣ ਜਿਵੇਂ ਜਿਵੇਂ ਸਰਕਾਰ ਹੈ ਉੱਥੇ ਤਾਲਿਬਾਨ ਨੇ ਉੱਥੇ ਕਬਜ਼ਾ ਕੀਤਾ ਹੈਗਾ, ਜਾਂ ਕਈ ਉਹਨਾਂ ਆਪਣੀ ਸਰਕਾਰ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕੰਟਰੋਲ ਕਰਨ ਲੱਗੇ ਹਾਂ, ਤਾਂ ਕਾਫੀ ਸਾਰੇ ਜਿਹੜੇ ਕੰਟਰੀ ਹੈ ਨੇ ਉਹਨੇ ਸਰਕਾਰਾਂ ਨੇ ਉਹ ਉਹਨਾਂ ਨੂੰ ਮਾਨਤਾ ਵੀ ਦੇਣ ਲੱਗੀਆਂ ਨੇ, ਕਹਿੰਦੀਆਂ ਠੀਕ ਹੈ ਜੀ ਇਹ ਹੁਣ ਅਸੀਂ ਇਹਨਾਂ ਕੰਮ ਕਰਨਾ ਚਾਹਾਂਗੇ। ਲੇਕਿਨ ਜੋ ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਸਿਮਰਤ ਜੀ ਕਿ ਆਪਾਂ ਕਦੇ ਵੀ ਪੋਲੀਟੀਕਲ ਮੁੱਦਿਆਂ ਦੀ ਗੱਲ ਤੋਂ ਇਲਾਵਾ ਆਪਾਂ ਇਹ ਗੱਲ ਕਰੀਏ ਕਿ ਜਿਹੜੇ ਉੱਥੇ ਦੇ ਲੋਕ ਨੇ, ਇੱਕ ਆਮ ਇਨਸਾਨ ਹੈ, ਉਹਨਾਂ ਦੀ ਕੀ ਮਰਜ਼ੀ ਹੈ, ਉਹਨਾਂ ਦੀ ਕੀ ਸਿਚੁਏਸ਼ਨ ਹੈ, ਉਹ ਸਭ ਤੋਂ ਇੰਪੋਰਟੈਂਟ ਹੈ। ਇੱਕ ਸਰਕਾਰ
ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਇਹੋ ਜੀ। ਨਾਲੇ ਹਰਕੀਰਤ ਜੀ, ਲੋਕਤੰਤਰ ਦੇ ਵਿੱਚ ਇਹ ਹੁੰਦਾ ਵੀ ਜਦੋਂ ਜਿਹੜੀ ਚੁਣੀ ਹੋਈ ਸਰਕਾਰ ਹੁੰਦੀ ਹੈ ਉਹ ਲੋਕਾਂ ਵੱਲੋਂ ਵੋਟ ਪਾ ਕੇ ਚੁਣੀ ਹੋਈ ਹੁੰਦੀ। ਲੋਕਾਂ ਨੂੰ ਪਤਾ ਹੁੰਦਾ ਵੀ ਅਸੀਂ ਜਿਹੜੇ ਇਹ ਨੁਮਾਇੰਦੇ ਚੁਣੇ ਨੇ ਤੇ ਇਹਨਾਂ ਨੇ ਸਾਡੀ ਨੁਮਾਇੰਦਗੀ ਕਰਨੀ ਹੈ। ਹੁਣ ਜੇ ਆਪਾਂ ਤਾਲਿਬਾਨ ਦੀ ਗੱਲ ਕਰੀਏ, ਸੋ ਉਹਨੂੰ ਹਾਲ ਦੀ ਘੜੀ ਆਪਾਂ ਚੁਣੀ ਹੋਈ ਸਰਕਾਰ ਨਹੀਂ ਕਹਿ ਸਕਦੇ, ਕਿਉਂਕਿ ਉਹਨਾਂ ਨੇ ਜ਼ੋਰ ਜ਼ਬਰਦਸਤੀ ਦੇ ਨਾਲ ਫੋਰਸਫੁਲੀ ਇਹ ਸਾਰੇ ਕਬਜ਼ਾ ਕੀਤਾ ਤੇ ਫੋਰਸਫੁਲ ਹੀ ਮੈਨੂੰ ਲੱਗਦਾ ਹਜੇ ਹੁਣ ਉਹ ਆਪਣਾ ਰਾਜ ਵੀ ਚਲਾਉਣਗੇ। ਬਿਲਕੁਲ, ਦੇਖੋ ਜੀ, ਹਜੇ ਆਪਾਂ ਅੱਜ ਦੀ ਜੇ ਆਪਾਂ ਗੱਲ ਕਰੀਏ ਵੀ ਅੱਜ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਜੇ ਆਪਾਂ ਇਹ ਕੋਸ਼ਿਸ਼ ਕਰੀਏ ਕਿ ਆਪਾਂ ਆਉਣ ਵਾਲੇ ਟਾਈਮ ਦੀ ਆਪਾਂ ਨੂੰ ਫੋਰਸੀ ਕਰਦੇ ਹੈਗੇ ਆ ਜਾਂ ਕੋਈ ਐਂਟੀਸਪੇਸ਼ਨਸ ਦੇ ਉੱਪਰ ਹੀ ਸਾਰਾ ਕੁਝ ਆਪਾਂ ਗੱਲ ਕਰ ਰਹੇ ਹਾਂ, ਜੋ ਹੁਣ ਵੀ ਆਪਾਂ ਗੱਲ ਕਰ ਰਹੇ ਹਾਂ। ਹਾਂਜੀ, ਕਿਉਂਕਿ ਇੰਡੀਆ ਨੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਜਾਂ ਪਾਕਿਸਤਾਨ ਦੀ ਗੱਲ ਕਰੀਏ ਜਾਂ ਜਿਹੜਾ ਸਭ ਤੋਂ ਮੇਜਰ ਈਰਾਨ ਔਰ US ਦੀ ਗੱਲ ਕਰੀਏ, ਜਿੱਥੇ 20 ਸਾਲ US ਨੇ ਉੱਥੇ ਫਾਈਟ ਕੀਤਾ ਹੈਗਾ, ਇੰਨੇ ਸਾਲ ਹੋ ਗਏ ਨੇ। ਕਹਿੰਦੇ ਨੇ US ਨੇ ਤਕਰੀਬਨ ਇੰਨੇ ਸਾਲਾਂ ਦੇ ਵਿੱਚ $1000 ਬਿਲੀਅਨ ਜਿਹੜਾ ਉੱਥੇ ਖਰਚ ਕੀਤਾ ਉਹਨਾਂ ਲੋਕਾਂ ਦੇ ਉੱਤੇ। ਹਾਂਜੀ, $1000 ਬਿਲੀਅਨ, 2000 ਉੱਥੇ ਦੇ ਤਕਰੀਬਨ ਜਿਹੜੇ ਉਹਦੇ ਫੌਜੀ ਸੀ ਉਹਨਾਂ ਦੀ ਜਾਨ ਗਈ ਹੈ। ਸੋ ਬੇਸ਼ਕੀਮਤੀ ਜਿਹੜੀਆਂ ਜਾਨਾਂ ਸੀ ਔਰ ਜਿਹੜਾ ਉੱਥੇ ਉਹਨਾਂ ਦਾ ਟਾਈਮ ਸੀ ਔਰ ਹੋਰ ਬਹੁਤ ਸਾਰੀ ਇਨਵੈਸਟਮੈਂਟ, ਔਰ ਇੰਡੀਆ ਨੇ ਖਾਸ ਕਰਕੇ ਉੱਥੇ ਬਹੁਤ ਜ਼ਿਆਦਾ ਇਨਵੈਸਟਮੈਂਟਸ ਕੀਤੀਆਂ ਹੋਈਆਂ ਹੈ ਨੇ ਡੈਮਸ ਦੇ ਵਿੱਚ, ਜਿਹੜਾ ਅਫਗਾਨ ਇੰਡੀਆ ਫਰੈਂਡਸ਼ਿਪ ਡੈਮ ਹੈ, ਪਲੱਸ ਉੱਥੇ ਦੇ ਸਕੂਲਸ ਦੇ ਵਿੱਚ, ਉੱਥੇ ਦੇ ਨਵੀਂ ਪਾਰਲੀਮੈਂਟ ਆਫਿਸ ਦੇ ਵਿੱਚ। ਸੋ ਉਹਨੇ ਬਹੁਤ ਸਾਰੀ ਇਨਵੈਸਟਮੈਂਟ, ਹੈਵੀ ਇਨਵੈਸਟਮੈਂਟ ਹੈ ਇੰਡੀਆ ਦੀ ਉੱਥੇ। ਸੋ ਇੰਡੀਆ ਦਾ ਆਪਣਾ ਇੰਟਰਸਟ ਹੈ ਉੱਥੇ। ਬਿਲਕੁਲ। ਸੋ ਇੱਦਾਂ ਹੀ ਤੁਰਕਿਸਤਾਨ ਹੈ ਜਿਹੜਾ ਨਾਲ, ਉਜ਼ਬੇਕਿਸਤਾਨ ਹੈ ਨਾਲ, ਜਿਹੜਾ ਹੈ ਰਸ਼ੀਆ ਹੈ ਨਾਲ, ਔਰ ਜਿੰਨੇ ਵੀ ਇਸ ਹਿਸਾਬ ਤੋਂ ਕੰਟਰੀ ਛੋਟੇ ਟੁੱਟੇ ਹੋਏ ਸੀ ਜਿਹੜੇ ਕਿ ਮੁਸਲਿਮ ਬੇਸਡ ਕੰਟਰੀ ਹੈ ਨੇ, ਇਸਲਾਮ ਬੇਸਡ ਨੇ, ਉਹਨਾਂ ਦਾ ਵੀ ਆਪਣਾ ਇੰਟਰਸਟ ਹੈ। ਸੋ ਹਰ ਬੰਦਾ ਇਸ ਟਾਈਮ ਇਹ ਢਾਲਦਾ ਕਿ ਮੈਨੂੰ ਉੱਥੋਂ ਕਿਤੇ ਨਾ ਕਿਤੇ ਕੋਈ ਮਾੜਾ ਜਿਹੜਾ ਇੰਟਰਸਟ ਹੈ ਮੈਂ ਉੱਥੇ ਆਪਣਾ ਫਾਇਦਾ ਲੈ ਸਕਦਾ। ਅੱਛਾ, ਆਪਾਂ ਜਿੱਥੇ ਆਪਾਂ ਪਾਕਿਸਤਾਨ ਆਪਣੇ ਦੂਜਾ ਇੰਡੀਆ ਦੀ ਗੱਲ ਕੀਤੀ ਹੈ, ਆਪਣੇ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਨੇ ਵੀ ਆਪਣੇ ਰੀਸੈਂਟ ਜਿਹੜਾ ਟੈਲੀਕਾਸਟ ਕੀਤਾ ਉਹਨਾਂ ਨੇ ਬਿਆਨ ਆਪਣਾ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਜੋ ਉੱਥੇ ਹਾਲਾਤ ਬਣੇ ਨੇ ਅਮਰੀਕਾ ਦੀਆਂ ਫੋਰਸਿਸ ਜਾਣ ਤੋਂ ਬਾਅਦ, ਉਹਨਾਂ ਦੀ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਲਈ। ਜਿਸ ਹਿਸਾਬ ਦੇ ਨਾਲ ਤੇਜ਼ੀ ਦੇ ਨਾਲ ਤਾਲਿਬਾਨ ਨੇ ਉੱਥੇ ਕਬਜ਼ਾ ਕੀਤਾ, ਉਹਨਾਂ ਨੇ ਸਿਰਫ ਇਹ ਕਿਹਾ ਵੀ ਹਾਂ ਇੰਨੇ ਸਾਲਾਂ ਬਾਅਦ ਅਸੀਂ ਉੱਥੋਂ ਛੱਡ ਕੇ ਆਏ ਹਾਂ ਤੇ ਇਹ ਜਿਹੜੀ ਜ਼ਿੰਮੇਵਾਰੀ ਇਹ, ਕਿਉਂਕਿ ਅਸੀਂ ਇੰਨਾ ਪੈਸਾ ਲਾਇਆ ਅਫਗਾਨਿਸਤਾਨ ਦੀ ਫੌਜ ਨੂੰ ਟ੍ਰੇਨਡ ਕੀਤਾ, ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਵੀ ਤਾਲਿਬਾਨ ਨੂੰ ਰੋਕਣਾ। ਤੇ ਉਹਨਾਂ ਨੇ ਇਹ ਵੀ ਪਹਿਲਾਂ ਕਿਹਾ ਸੀ ਜਦੋਂ ਉੱਥੋਂ ਫੋਰਸਿਸ ਆਈਆਂ ਵੀ ਘੱਟੋ ਘੱਟ ਤਾਲਿਬਾਨ ਹੈ ਜਿਹੜੇ ਸਾਲ ਡੇਢ ਸਾਲ ਸੱਤਾ ਦੇ ਵਿੱਚ ਨਹੀਂ ਆ ਸਕਦੇ, ਪਰ ਉਹਨਾਂ ਦੇ ਜੋ ਵੀ ਕਿਆਸ ਰਹੀਆਂ ਸੀ ਉਹ ਬਿਲਕੁਲ ਗਲਤ ਸਾਬਤ ਹੋਈਆਂ ਨੇ। ਸੋ ਸਿੱਧੇ ਤੌਰ ਤੇ ਜਿਹੜਾ ਬਾਈਡਨ ਨੇ ਇਹ ਜ਼ਿੰਮੇਵਾਰੀ ਨਹੀਂ ਲਈ ਵੀ ਹਾਂ ਸਾਡੇ ਜਾਣ ਤੋਂ ਬਾਅਦ ਉੱਥੋਂ ਵੀ ਜਿਹੜਾ ਜੋ ਕੁਛ ਉੱਥੇ ਹੋਇਆ ਵੀ ਉਹਦੇ ਵਿੱਚ ਸਾਡਾ ਵੀ ਕੋਈ ਹੱਥ ਹੈ। ਸਮਝ ਦੀ ਗੱਲ ਇਹ ਹੁੰਦੀ ਹੈ ਕਿ ਜਿਹੜੀਆਂ ਪੋਲੀਟੀਕਲ ਸਟੇਟਮੈਂਟਸ ਹੁੰਦੀਆਂ ਨੇ, ਪੋਲੀਟੀਕਲ ਜਿਹੜੀਆਂ ਕੰਪਲਸ਼ਨਸ ਹੁੰਦੀਆਂ ਨੇ, ਉਹ ਇੱਕ ਅਲੱਗਾ ਹੁੰਦੀਆਂ ਨੇ। ਹੁਣ ਉਹਨਾਂ ਨੂੰ ਇਹ ਗੱਲ ਪਤਾ ਸੀ, ਲੇਕਿਨ ਉਹਨਾਂ ਨੇ ਪੋਲੀਟੀਕਲੀ ਉਸ ਚੀਜ਼ ਨੂੰ ਆਪਣੇ ਆਪ ਨੂੰ ਕਰੈਕਟ ਹੀ ਦੱਸਣਾ ਹੈ। ਉਹ ਪੋਲੀਟੀਕਲੀ ਆਪਣਾ ਡਿਸੀਜ਼ਨ ਨੂੰ ਕਦੇ ਵੀ ਉਹ ਇਹ ਨਹੀਂ ਕਹਿ ਸਕਦੇ ਕਿ ਸਾਡਾ ਡਿਸੀਜਨ ਉਹ ਗਲਤ ਸੀ। ਫਿਰ ਤਾਂ ਇੱਕ ਬਹੁਤ ਬੜਾ ਡਿਫਰੈਂਟ ਐਗਜ਼ਾਮਪਲ ਸੈੱਟ ਹੋ ਜਾਏਗਾ ਨਾ ਕਿ ਤੁਸੀਂ ਆਪਣੇ ਡਿਸੀਜਨ ਹੀ ਤੁਸੀਂ ਗਲਤ ਇੱਕ ਵੀਕ ਦੇ ਵਿੱਚ ਹੀ ਤੁਸੀਂ ਕਹਿਣ ਲੱਗ ਗਏ। ਇਵਨ ਜਿਹੜੇ ਡੋਨਲਡ ਟਰੰਪ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਵੀ ਬਾਈਡਨ ਨੂੰ ਇਸ ਮੁੱਦੇ ਤੇ ਅਫਗਾਨਿਸਤਾਨ ਦੇ ਵਿੱਚ ਫੇਲ ਹੋਏ ਨੇ ਵੀ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ। ਇਹ ਤਾਂ ਉਹੀ ਮੈਂ ਗੱਲ ਕਰ ਰਿਹਾ ਵੀ ਇਹ ਸਾਰੀਆਂ ਜਿਹੜੀਆਂ ਨੇ ਪੋਲੀਟੀਕਲ, ਹਰ ਬੰਦਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਮਾਈਲੇਜ ਲੈਣ ਦੀ ਕੋਸ਼ਿਸ਼ ਕਰਦਾ ਹੈਗਾ। ਸੋ ਮੈਂ ਇਹ ਗੱਲ, ਬਾਈਡਨ ਸਾਹਿਬ ਇਹ ਗੱਲ ਕਰ ਰਹੇ ਨੇ ਕਿ ਠੀਕ ਹੈ ਜੀ ਅਸੀਂ ਇਹ ਜਿਹੜਾ ਡਿਸੀਜਨ ਸਹੀ ਹੈ, ਤਾਂ ਮੇਰੇ ਹਿਸਾਬ ਨਾਲ ਆਪਣੀ ਸਟੇਟਮੈਂਟ ਬਿਲਕੁਲ ਸਹੀ ਹੈ। ਉਹ ਇਸ ਟਾਈਮ ਦੇ ਜੇ ਕੋਈ ਅਜਿਹੀ ਸਟੇਟਮੈਂਟ ਦੇ ਕਿ ਅਸੀਂ ਗਲਤ ਸੀ, ਦੈਨ ਦੈਟ ਇਜ਼ ਅ ਰੋਂਗ ਥਿੰਗ ਕਿ ਤੁਸੀਂ ਆਪਣੇ ਡਿਸੀਜਨ ਨੂੰ ਇੱਕ ਵੀਕ ਵਿੱਚ ਨੂੰ ਰੋਂਗ ਕਹਿ ਰਹੇ ਹੋ। ਸੋ ਉਹਨਾਂ ਦਾ ਆਪਣਾ ਡਿਸੀਜਨ ਸਹੀ ਹੈ ਕਿਉਂਕਿ ਉਹਨੇ ਆਪਣੇ ਕੰਟਰੀ ਦੇ ਹਿੱਤ ਵਿੱਚ ਜੋ ਗੱਲ ਕਰਨੀ ਹੈ ਉਹਨਾਂ ਨੇ, ਨਾ ਕਿ ਉਹਨੇ ਕਿਸੇ ਵੀ ਦੇਸ਼ ਦੇ ਹਿੱਤ ਵਿੱਚ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਉਹਦਾ ਆਪਣਾ ਖੁਦ ਦਾ ਕੰਟਰੀ ਹੈ, ਖੁਦ ਦਾ ਡਿਸੀਜਨ ਹੈ, ਖੁਦ ਦਾ ਜੋ US ਆਰਮੀ ਹੈ ਉਹਦੇ ਜੋ ਬੈਨੀਫਿਟ ਵਾਸਤੇ ਉਹਨੇ ਉਹੀ ਗੱਲ ਕਰਨੀ ਔਰ ਉਹਦੀ ਗੱਲ ਉਹਨੂੰ ਕਰਨੀ ਚਾਹੀਦੀ ਹੈ। ਸੋ ਪੋਲੀਟੀਕਲੀ ਹੀ ਇਜ਼ ਕਰੈਕਟ, ਲੇਕਿਨ ਹਾਂ ਕਿ ਉਹ ਅਫਗਾਨਿਸਤਾਨ ਦੇ ਲੋਕਾਂ ਦਾ ਕੀ ਹਾਲ ਹੈ ਉਹ ਬਿਲਕੁਲ ਉਹਨਾਂ ਨੂੰ ਕਿਹਨਾਂ ਦੇ ਸਹਾਰੇ ਛੱਡ ਕੇ ਆਏ ਨੇ, ਉਹਨੂੰ ਕਿਹਦੇ ਸਹਾਰੇ ਛੱਡ ਕੇ ਆਏ ਨੇ ਉਹ ਅਲੱਗ ਗੱਲ ਹੈ। ਲੇਕਿਨ ਇੱਕ ਤਾਂ ਗੱਲ ਇਹ ਕਿ ਅਫਗਾਨਿਸਤਾਨ ਦੇ ਲੋਕਾਂ ਨੂੰ ਵੀ ਇਹ ਗੱਲ ਸੋਚਣਾ ਚਾਹੀਦਾ ਸੀ ਕਿ ਕਦ ਤੱਕ ਅਸੀਂ ਲੋਕਾਂ ਦੇ ਸਹਾਰੇ ਆਪਣਾ ਜਿੰਦੇ ਰਹਾਂਗੇ, ਕਦ ਤੱਕ ਲੋਕਾਂ ਦੇ ਸਹਾਰੇ ਸਾਡਾ ਇਹ ਜਿਹੜਾ ਇੱਕ ਆਮ ਕੰਟਰੀ ਅਸੀਂ ਕਿਉਂ ਨਹੀਂ ਕਾਬਿਲ ਬਣਦੇ ਹੈ ਕਿ ਅਸੀਂ ਆਪਣੇ ਸਹਾਰੇ ਆਪਣੇ ਆਪ ਨੂੰ ਪੋਲੀਟੀਕਲੀ ਸੈਟਲ ਕਰੀਏ ਔਰ ਸਹੀ ਲੋਕਾਂ ਨੂੰ ਅਸੀਂ ਵੋਟ ਪਾ ਕੇ ਸਹੀ ਲੋਕਾਂ ਨੂੰ ਅਸੀਂ ਕਰਕੇ ਅੱਗੇ ਲੈ ਕੇ ਆਈਏ। ਬਿਲਕੁਲ। ਨਾਲੇ ਦੇਖੋ ਹਰਕਿਰਤ ਜੀ, ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਵੀ ਜਿਵੇਂ ਹੁਣ ਅਮਰੀਕਾ ਕਹਿ ਰਿਹਾ ਵੀ ਅਸੀਂ ਇੰਨੇ ਸਾਲਾਂ ਦੇ ਵਿੱਚ ਅਮਰੀਕਨ ਫੋਰਸ ਜਿਹੜੀ ਅਫਗਾਨ ਫੋਰਸਿਸ ਨੂੰ
ਜਿਹੜਾ ਟ੍ਰੇਨਡ ਕੀਤਾ। ਕਿਹਾ ਜਾ ਰਿਹਾ ਵੀ ਤਕਰੀਬਨ 3 ਲੱਖ ਜਾਂ 3 ਲੱਖ ਤੋਂ ਵੱਧ ਜਿਹੜੀ ਅਫਗਾਨਿਸਤਾਨ ਦੀ ਫੋਰਸਿਸ ਸੀਗੀਆਂ, ਤੇ ਤਾਲਿਬਾਨ ਤਕਰੀਬਨ ਕਹਿ ਰਹੇ ਨੇ ਵੀ 75,000 ਉਹਨਾਂ ਦੀ ਗਿਣਤੀ ਹੈ। ਸੋ 75,000 ਨੇ 3 ਲੱਖ ਨੂੰ ਪਛਾੜ ਕੇ ਦੇਖ ਲਓ ਸਾਰੇ ਦੇਸ਼ ਤੇ ਕਬਜ਼ਾ ਕਰ ਲਿਆ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਵੀ ਕੀ ਜਿਹੜੀਆਂ ਉੱਥੇ ਦੀਆਂ ਫੋਰਸਿਸ ਸੀਗੀਆਂ ਉਹ ਆਪ ਨਹੀਂ ਸੀ ਚਾਹੁੰਦੀਆਂ ਜਾਂ ਇਹ ਸਾਰਾ ਕੋਈ ਗਿਣੀ ਮਿੱਥੀ ਸਾਜ਼ਿਸ਼ ਸੀਗੀ? ਨਹੀਂ ਜੀ, ਮੈਂ ਥੋੜੀ ਜਿਹੀ ਇਹਦੇ ਬਾਰੇ ਰਿਸਰਚ ਕੀਤੀ ਹੈ ਸਿਮਰਨ ਜੀ। ਹਾਂਜੀ। 1,80,000 ਜਿਹੜੀ ਸੀ ਉਹ ਐਕਚੁਅਲ ਅਫਗਾਨਿਸਤਾਨ ਦੀ ਆਰਮੀ ਸੀ, ਤੇ ਜਿਹੜੇ ਬਾਕੀ 1 ਲੱਖ ਸੀ ਨਾ, ਉਹ ਉਹਨਾਂ ਨੇ ਭਰਤੀ ਕੀਤੇ ਹੋਏ ਸੀ ਲੋਕ ਜਿਹੜੇ ਵਿਲਿੰਗ ਸੀ ਕਿ ਠੀਕ ਹੈ ਜੀ ਮੈਂ ਅਸੀਂ ਲੜਨਾ ਚਾਹੁੰਦੇ ਹਾਂ, ਵੀ ਅਸੀਂ ਲੜਨਾ ਚਾਹੁੰਦੇ ਹਾਂ, ਉਹਦੇ ਖਿਲਾਫ ਲੜਨਾ ਚਾਹੁੰਦੇ ਹਾਂ, ਸਾਨੂੰ ਟ੍ਰੇਨ ਕਰ ਦਿਓ। ਆਮ ਲੋਕ ਸੀ ਉਹ। ਠੀਕ ਹੈ। ਉਹਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਪ੍ਰੋ ਤਾਲਿਬਾਨ ਵੀ ਹੋਣਗੇ। ਸੋ ਉਹਨਾਂ ਦੀ ਜਿਹੜੀ ਮੇਨ ਜੀ ਸੀ, ਉਹ ਜਿਹੜੀ ਉਹਦੀ ਸੀਕ੍ਰੇਸੀ ਸੀ, ਜਿਹੜੀ ਉਹਨਾਂ ਦੀ ਜੋ ਉਹਨਾਂ ਦੀ ਇੰਟੈਲੀਜੈਂਸ ਸੀ, ਦੈਟ ਵਾਸ ਵੈਰੀ ਪੋਰਸ। ਬਿਲਕੁਲ। ਸੋ ਦਿਟ ਵਾਸ ਵੈਰੀ ਪੋਰਸ। ਜੇ ਤੁਹਾਡੇ 1,80,000 ਪਲੱਸ 1 ਲੱਖ ਲੋਕ ਤੁਹਾਡੇ ਚ ਉਹ ਲੜ ਰਹੇ ਨੇ ਜਿਹਨੂੰ ਕੋਈ ਟ੍ਰੇਨ ਹੀ ਨਹੀਂ ਹੈਗੀ ਹੈ, ਔਰ ਉਹ ਗਲਤੀ ਹੀ ਕਰਨਗੇ, ਔਰ ਤੁਹਾਡੀ ਜਿਹੜੀ ਇੰਟੈਲੀਜੈਂਸ ਹੈ, ਤੁਹਾਡੀ ਜਿਹੜੀ ਸਟ੍ਰੈਟਜੀਜ਼ ਨੇ ਉਹ ਬਿਲਕੁਲ ਓਪਨ ਨੇ। ਔਰ ਤਾਲਿਬਾਨ ਦੀ ਜਿਹੜੀ ਸਟ੍ਰੈਟਜੀਜ਼ ਹੈ ਸੀ ਉਹ ਬਿਲਕੁਲ ਗਾਰਡਡ ਸੀ, ਬਿਲਕੁਲ ਉਹਦਾ ਪਤਾ ਹੀ ਲੱਗਦਾ ਸੀ, ਔਰ ਗੁਰਿਲਾ ਵਾਰਫੇਅਰ ਕਰਦੇ ਸੀ। ਔਰ ਜੋ ਇਹਨਾਂ ਨੇ ਫਾਈਟ ਕੀਤੀ ਹੈ, ਦੇ ਯੂਜ਼ ਟੂ ਕੱਟ ਦਾ ਕਮਿਊਨੀਕੇਸ਼ਨ, ਰੋਡ ਸੇ ਕਬਜ਼ਾ ਕਰ ਲੈਂਦੇ ਸੀ। ਉਸ ਤੋਂ ਬਾਅਦ ਜਾ ਕੇ ਜਦ ਸਿਟੀ ਹੁੰਦੀ ਸੀ ਉਹਨੂੰ ਕਹਿੰਦੇ ਸੀ ਠੀਕ ਹੈ ਤੁਸੀਂ ਹੱਥ ਖੜੇ ਕਰ ਦਿਓ ਐਂਡ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਬਿਲਕੁਲ। ਸੋ ਦੇ ਹੈਵ ਗੋਟ ਅ ਵੈਰੀ ਡਿਫਰੈਂਟ ਸਟ੍ਰੈਟਜੀ ਐਜ਼ ਕੰਪੇਅਰ ਟੂ ਅਫਗਾਨ ਔਰ ਜਾਂ ਇਹ ਆਰਮੀ ਜਿਹੜੀ US ਆਰਮੀ ਸੀ। US ਆਰਮੀ ਆਪਣਾ ਜ਼ੋਰ ਪੂਰਾ ਲਾਇਆ ਐਂਡ ਦੇ ਡਿਡ देयर बेस्ट टू डू सो। ਲੇਕਿਨ ਟੈਕਨੀਕਲੀ ਜਦ ਦੇਖਿਆ ਜਾ ਕੋਈ ਵੀ ਇੰਨੀ ਪੋਰਸ ਸਟ੍ਰੈਟਜੀ ਹੋਣਗੇ, ਇੰਨੀ ਪੋਰਸ ਜਿਹੜੀ ਚੀਜ਼ ਹੋਏਗੀ, ਇਨਫਿਲਟਰਡ ਜਿਹੜੀ ਆਰਮੀ ਹੋਏਗੀ, ਉਹ ਕਦੇ ਵੀ ਜਿੱਤ ਨਹੀਂ ਸਕਦੀ ਹੈਗੀ। ਇਸ ਤਰ੍ਹਾਂ ਦੇ ਨਤੀਜੇ ਨਿਕਲਣੇ, ਇਸ ਤਰ੍ਹਾਂ ਦੇ ਨਤੀਜੇ ਨਿਕਲਣੇ ਉਸ ਚੀਜ਼ ਦੇ ਵਿੱਚ। ਤੁਸੀਂ ਦੇਖ ਰਹੇ ਹੋ ਸਟਾਰ ਟਾਕ। ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ। ਤੁਹਾਡੇ ਨਾਲ ਚਰਚਾ ਕਰ ਰਹੇ ਹਾਂ ਅਫਗਾਨਿਸਤਾਨ ਦੇ ਮੁੱਦੇ ਤੇ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਹਾਜ਼ਰ ਹੋਣੇ ਆ। ਕਿਤੇ ਨਾ ਜਾਓ, ਦੇਖਦੇ ਰਹੋ ਸਟਾਰ ਟਾਕ ਪੰਜਾਬ ਸਟਾਰ TV ਤੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਨਾਲ ਸਟੂਡੀਓ ਵਿੱਚ ਅੱਜ ਹਾਜ਼ਰ ਨੇ ਹਰਕੀਰਤ ਜੀ। ਇੱਕ ਹੋਰ ਬੜਾ ਜਿਹੜਾ ਭਖਵਾਂ ਮਸਲਾ ਉਹ ਹੈ ਜੀ ਕੈਨੇਡਾ ਵਿੱਚ, ਕਿਉਂਕਿ ਇਲੈਕਸ਼ਨ ਦਾ ਬਿਗਲ ਵੱਜ ਗਿਆ। ਲੰਘੇ ਐਤਵਾਰ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਨੇ ਗਵਰਨਰ ਜਨਰਲ ਕੋਲ ਜਾ ਕੇ ਇਸ ਦੀ ਬੇਨਤੀ ਕੀਤੀ ਵੀ ਇਲੈਕਸ਼ਨ ਦੀ ਜ਼ਰੂਰਤ ਹੈ। ਸੋ 20 ਸਤੰਬਰ ਦੀ ਜਿਹੜੀ ਤਰੀਕ ਮਿੱਥੀ ਗਈ ਹੈ, 20 ਸਤੰਬਰ ਨੂੰ ਪੂਰੇ ਕੈਨੇਡਾ ਭਰ ਦੇ ਵਿੱਚ ਇਲੈਕਸ਼ਨ ਹੋਣੀ ਹੈ। ਇਹ ਸਾਰੇ ਘਟਨਾਕ੍ਰਮ ਦੇ ਰਲੇ ਮਿਲੇ ਜਿਹੜੀਆਂ ਵਿਚਾਰਤਾਵਾਂ ਦੇਖਣ ਨੂੰ ਮਿਲ ਰਹੀਆਂ, ਲੋਕਾਂ ਦੇ ਰਲੇ ਮਿਲੇ ਵਿਚਾਰ ਨੇ। ਕੁਝ ਕਹਿ ਰਹੇ ਨੇ ਵੀ ਠੀਕ ਹੈ ਇਲੈਕਸ਼ਨ ਹੋਣੀ ਚਾਹੀਦੀ ਹੈ ਅਗਰ ਸਰਕਾਰ ਚਾਹੁੰਦੀ ਹੈ ਵੀ, ਕਿਉਂਕਿ ਵੱਡੀ ਗੱਲ ਇਹ ਹੈ ਵੀ ਜੋ ਸਭ ਤੋਂ ਵੱਡਾ ਜਿਹੜਾ ਮੁੱਦਾ ਬਾਹਰ ਆ ਰਿਹਾ ਉਹ ਇਹ ਆ ਰਿਹਾ ਵੀ ਲਿਬਰਲ ਸਰਕਾਰ ਤੇ ਜਸਟਿਨ ਟਰੂਡੋ ਇਹ ਚਾਹੁੰਦੇ ਸੀਗੇ ਵੀ ਅਸੀਂ ਜੋ ਲੋਕਾਂ ਨੂੰ ਇੰਨਾ ਪੈਸਾ ਵੰਡਿਆ ਉਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਸਿਆਸੀ ਲਾਹਾ ਲਿਆ ਜਾਵੇ। ਇਹ ਜਿਹੜਾ ਉਹਨਾਂ ਨੂੰ ਲੱਗਾ ਵੀ ਇਹ ਸਮਾਂ ਜਿਹੜਾ ਬੜਾ ਸਾਜ਼ਗਾਰ ਹੈ ਤੇ ਇਲੈਕਸ਼ਨ ਕਰਵਾਈ ਜਾਵੇ ਤਾਂ ਹੋ ਸਕਦਾ ਸਾਡੀ ਜਿਹੜੀ ਮੈਜੋਰਟੀ ਬਹੁਮਤ ਦੇ ਵਿੱਚ ਸਾਡੀ ਸਰਕਾਰ ਆ ਜਾਵੇ। ਸੋ ਕੀ ਲੋਕਾਂ ਦੇ ਵਿਚਾਰ ਨੇ, ਕੀ ਮਾਹਰ ਸੋਚਦੇ ਨੇ, ਇਹਦੇ ਬਾਰੇ ਥੋੜ੍ਹੀ ਜਿਹੀ ਵਿਚਾਰ ਚਰਚਾ ਕਰਾਂਗੇ ਹਰਕੀਰਤ ਉਹਨਾਂ ਦੇ ਨਾਲ। ਹਰਕੀਰਤ ਜੀ, ਜਿਵੇਂ ਕਿ ਮੈਂ ਗੱਲ ਕੀਤੀ ਹੈ ਵੀ ਹੁਣ 20 ਸਤੰਬਰ ਨੂੰ ਇਲੈਕਸ਼ਨ ਹੋਣੀ ਹੈ। ਹਾਂਜੀ। ਤੁਸੀਂ ਤੁਹਾਡੇ ਕੀ ਵਿਚਾਰ ਨੇ ਵੀ ਕੀ ਇਹ ਮਹਾਮਾਰੀ ਦੇ ਦੌਰਾਨ, ਕਿਉਂਕਿ ਹੁਣ ਚੌਥੀ ਵੇਵ ਦੀਆਂ ਗੱਲਾਂ ਹੋ ਰਹੀਆਂ ਨੇ, ਵੀ ਕੀ ਇਹ ਸਹੀ ਟਾਈਮ ਸੀ? ਕਿਉਂਕਿ ਇਸ ਤਰ੍ਹਾਂ ਦੀ ਕਿਤੇ ਵੀ ਕੋਈ ਗੱਲ ਨਹੀਂ ਸੀਗੀ ਵੀ ਸਰਕਾਰ ਨੂੰ ਕੋਈ ਖਤਰਾ ਸੀਗਾ। ਕੋਈ ਵੀ ਪਿਛਲੇ ਦਿਨਾਂ ਦੇ ਵਿੱਚ ਕਿੰਨੇ ਵੀ ਜਿਹੜੇ ਵੱਡੇ ਵੱਡੇ ਮਸਲੇ ਆਏ ਨੇ ਉਹਨਾਂ ਤੇ NDP ਸਰਕਾਰ ਨੇ ਉਹਨਾਂ ਨੂੰ ਬਿਨਾਂ ਸ਼ਰਤ ਜਿਹੜਾ ਸਪੋਰਟ ਕੀਤਾ। ਬਾਵਜੂਦ ਇਸ ਦੇ ਜਿਹੜੀ ਹੁਣ ਇਲੈਕਸ਼ਨ ਆ ਰਹੀ ਹੈ। ਸਮਝ ਜੀ, ਫਿਰ ਉਹੀ ਗੱਲ ਆਪਾਂ ਰਿਪੀਟ ਕਰਦੇ ਹਾਂ ਉਸ ਚੀਜ਼ ਦਾ ਕਿ ਜੋ ਜਿਸ ਤਰ੍ਹਾਂ ਹੁਣ ਕੋਵਿਡ ਚੱਲ ਰਿਹਾ, ਜਿਸ ਤਰ੍ਹਾਂ ਇਹ ਪੈਂਡੈਮਿਕ ਨੂੰ ਹੈਂਡਲ ਕੀਤਾ ਗਿਆ, ਸਭ ਚੀਜ਼ਾਂ ਠੀਕ ਹੈ, ਉਹ ਇੱਕ ਲਹਿਦਾ ਗੱਲ ਹੈ ਕਿ ਕੈਨੇਡੀਅਨ ਜਿਹੜੇ ਲੋਕਾਂ ਦਾ ਹਿੱਤ ਸਭ ਤੋਂ ਪਹਿਲਾਂ ਦੇਖਣਾ ਚਾਹੀਦਾ, ਸਭ ਤੋਂ ਪਹਿਲਾਂ ਉਹਨਾਂ ਦਾ ਹਿੱਤ ਰੱਖਣਾ ਚਾਹੀਦਾ ਹੈਗਾ। ਔਰ ਇਹ ਵੀ ਚੀਜ਼ ਦੇਖਣਾ ਚਾਹੀਦਾ ਹੈ ਕਿ ਕੀ ਇਸ ਟਾਈਮ ਅਸੀਂ ਇਸ ਸਿਚੁਏਸ਼ਨ ਵਿੱਚ ਹੈ ਆ, ਚਾਹੇ ਉਹ ਆਪਾਂ ਇਹਦੇ 'ਚ ਕਿੰਨਾ ਖਰਚਾ ਹੁੰਦਾ ਹੈ, ਕਿਸ ਤਰ੍ਹਾਂ ਦੀ ਇਹਦੇ 'ਚ ਸਾਰੀ ਸਿਚੁਏਸ਼ਨ ਹੁੰਦੀ ਹੈ, ਮੈਨੇਜਮੈਂਟ ਹੈ ਹਰ ਚੀਜ਼ ਦੇ ਵਿੱਚ। ਔਰ ਕੋਵਿਡ ਦੇ ਦੌਰਾਨ ਜਿਹੜਾ ਇਹ ਚੀਜ਼ ਹੈ, ਔਰ ਜਿਵੇਂ ਹੁਣ ਕਿ ਕੇਸਿਸ ਵਧਣ ਲੱਗ ਰਹੇ ਨੇ ਬਹੁਤ ਸਾਰੇ ਕੰਟਰੀ, ਖਾਸ ਕਰ ਇੰਡੀਆ ਤੋਂ ਜਾਂ ਹੋਰ ਸਾਊਥ ਏਸ਼ੀਅਨ ਕੰਟਰੀਜ਼ ਤੋਂ ਇਹਨਾਂ ਨੇ ਫਲਾਈਟਸ ਵੀ ਹਜੇ ਤੱਕ ਬੈਨ ਕੀਤੀਆਂ ਹੋਈਆਂ ਨੇ, ਲੋਕ ਆ ਨਹੀਂ ਪਾ ਰਹੇ ਹੈਗੇ। ਸੋ ਇਸ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਇਹਨਾਂ ਨੂੰ ਹੋਰ ਵੇਟ ਕਰਨਾ ਚਾਹੀਦਾ ਸੀ ਜਾਂ ਦੇਖਣਾ ਚਾਹੀਦਾ ਸੀ ਕਿ ਉਹਨਾਂ ਨੂੰ ਇਹ ਲੱਗਣਾ ਜਦ ਇਹਨਾਂ ਨੂੰ ਇਹ ਹੁੰਦਾ ਕਿ ਡਰ ਹੈ ਸਾਨੂੰ ਇਸ ਚੀਜ਼ ਦਾ, ਤਦ ਇਟ ਇਜ਼ ਓਕੇ, ਨੋ ਪ੍ਰੋਬਲਮ। ਹਰ ਬੰਦੇ ਨੂੰ ਆਪਣੀ ਸੇਫਟੀ ਦੀ, ਹਰ ਬੰਦੇ ਨੂੰ ਆਪਣੇ ਬਾਰੇ ਸੋਚਣ ਦਾ ਹੱਕ ਬਣਦਾ ਹੈਗਾ।
ਪਰ ਆਊਟ ਆਫ ਦਾ ਬਲੂ ਅਚਾਨਕ ਤੁਸੀਂ ਇਹ ਕਹੋਗੇ ਕਿ ਅਸੀਂ ਪੈਂਡੇਮਿਕ 4th ਵੇਵ ਦੀ ਵੀ ਨਾਲੇ ਵੇਟ ਕਰ ਰਹੇ ਹਾਂ ਵੀ ਉਹ ਵੀ ਸ਼ਾਇਦ ਆ ਰਹੀ ਹੈ, ਕੇਸਿਸ ਵੀ ਵੱਧ ਰਹੇ ਨੇ ਔਰ ਇੰਨਾ ਖਰਚਾ ਆਲਰੇਡੀ ਹੋ ਚੁੱਕਿਆ, ਅਚਾਨਕ ਆਪਾਂ ਕੀ ਨਹੀਂ ਹੁਣ ਅਸੀਂ ਇਲੈਕਸ਼ਨ ਚਾਹੁੰਦੇ ਹਾਂ। ਬਿਲਕੁਲ ਮੇਰੇ ਹਿਸਾਬ ਨਾਲ ਪਹਿਲਾਂ ਕੁਝ ਲੋਕਾਂ ਨੂੰ ਵੀ, ਆਮ ਜਨਤਾ ਨੂੰ ਵੀ ਪੁੱਛਣਾ ਚਾਹੀਦਾ ਸੀ ਕਿ ਤੁਹਾਨੂੰ ਇਲੈਕਸ਼ਨ ਦੀ ਲੋੜ ਹੈ ਜਾਂ ਨਹੀਂ ਹੈਗੀ ਹੈ, ਜਾਂ ਇੱਕ ਆਪਾਂ ਗੱਲ ਕਰੀਏ ਨਾਰਮਲ ਜਨਰਲ ਵੇ ਨਾਲ ਗੱਲ ਕਰੀਏ ਕਿ ਤੁਹਾਨੂੰ ਸਰਕਾਰ ਡਿੱਗਣ ਦਾ ਕੋਈ ਖਤਰਾ ਹੋਵੇ ਜਾਂ ਕੁਝ ਹੋਰ ਇਹੋ ਜਿਹੀ ਗੱਲ ਹੋਵੇ ਤਾਂ ਲੱਗੇ ਕਿ ਨਹੀਂ ਅਸੀਂ ਸਰਵਾਈਵ ਨਹੀਂ ਕਰ ਪਾਵਾਂਗੇ, ਤਾਂ ਤੁਸੀਂ ਜ਼ਰੂਰ ਕਾਲ ਕਰੋ। ਬਿਲਕੁਲ, ਨਾਲੇ ਗੱਲ ਇਹ ਆ ਵੀ ਜੇ ਇਸ ਪਾਰਟੀ ਨੇ NDP ਨੇ ਲਗਾਤਾਰ ਲਿਬਰਲ ਨੂੰ ਘੱਟ ਗਿਣਤੀ ਸਰਕਾਰ ਨੂੰ ਸਪੋਰਟ ਕੀਤੀ, ਉਹਨਾਂ ਦੇ ਜਿੰਨੇ ਵੀ ਅਨਕੰਡੀਸ਼ਨਲ ਸਪੋਰਟ ਕੀਤੀ ਹੈ, ਤੇ ਜਦੋਂ NDP ਨੂੰ ਲੱਗਾ ਵੀ ਹੋ ਸਕਦਾ ਹੁਣ ਟਰੂਡੋ ਸਾਹਿਬ ਜਾਂ ਲਿਬਰਲ ਪਾਰਟੀ ਆ ਜਿਹੜੀ ਇਲੈਕਸ਼ਨ ਲਿਆ ਸਕਦੀ, ਉਹਨਾਂ ਨੇ ਜਿਹੜੇ ਨਵੇਂ ਚੁਣੇ ਗਵਰਨਰ ਜਨਰਲ ਸੀ ਉਹਨਾਂ ਨੂੰ ਇੱਕ ਚਿੱਠੀ ਵੀ ਲਿਖੀ ਜਿਹਦੇ ਵਿੱਚ ਉਹਨਾਂ ਨੇ ਇਹ ਮੰਗ ਕੀਤੀ, ਬੇਨਤੀ ਕੀਤੀ ਵੀ ਹੋ ਸਕਦਾ ਵੀ ਪ੍ਰਧਾਨ ਮੰਤਰੀ ਤੁਹਾਡੇ ਕੋਲ ਆਉਣ, ਵੀ ਕਹਿਣ ਵੀ ਇਲੈਕਸ਼ਨ ਦੀ ਲੋੜ ਹੈ, ਇਲੈਕਸ਼ਨ ਦੀ ਜ਼ਰੂਰਤ ਹੈ, ਵੀ ਇਲੈਕਸ਼ਨ ਕਾਲ ਕਰੋ, ਵੀ ਤੁਸੀਂ ਐਥੀਕਲੀ ਇਸ ਨੂੰ ਜੋ ਹਾਲਾਤ ਨੇ ਦੇਸ਼ ਦੇ ਵੀ ਚੌਥੀ ਵੇਵ ਆ ਰਹੀ ਹੈ, ਮਹਾਮਾਰੀ ਦੇ ਦੌਰਾਨ ਗੁਜ਼ਰ ਰਿਹਾ, ਵੀ ਤੁਸੀਂ ਇਲੈਕਸ਼ਨ ਦੀ ਇਜਾਜ਼ਤ ਨਾ ਦਿਓ। ਬਾਵਜੂਦ ਉਸਦੇ ਇਲੈਕਸ਼ਨ ਕਿਉਂਕਿ ਆਉਣੀ ਸੀ, ਕਿਉਂਕਿ ਇਹ ਸਾਰਾ ਕੁਝ ਸਿਆਸੀ ਮੋਟੀਵੇਟਡ ਹੈ, ਸੋ ਇਲੈਕਸ਼ਨ ਆ ਗਈ ਹੈ। ਹੁਣ ਕੁਦਰਤੀ ਗੱਲ ਹੈ ਕਿਉਂਕਿ ਹੁਣ ਸਾਰਿਆਂ ਨੇ ਪਾਰਟੀਆਂ ਨੇ ਆਪੋ ਆਪਣੇ ਜਿਹੜੇ ਵਿਚਾਰ ਦੇਣੇ ਨੇ ਤੇ ਕੰਜ਼ਰਵੇਟਿਵ ਦੇ ਆਪਣੇ ਵਿਚਾਰ ਨੇ। ਸਾਰਿਆਂ ਨੂੰ ਵੱਡਾ ਮੁੱਦਾ ਇਹ ਹੈ ਵੀ ਲਿਬਰਲ ਨੂੰ ਇਹ ਲੱਗਾ ਜੋ ਹੁਣ ਦੇ ਪੋਲ ਆ ਰਹੇ ਨੇ ਉਹਦੇ ਵਿੱਚ ਇਹ ਲੱਗਾ ਵੀ ਅਸੀਂ ਦੂਸਰੀਆਂ ਪਾਰਟੀਆਂ ਨਾਲੋਂ ਅੱਗੇ ਆ, ਵੀ ਸਾਡੀ ਜਿਹੜੀ ਮੈਜੋਰਟੀ ਸਰਕਾਰ ਆ ਸਕਦੀ ਹੈ। ਪਰ ਜੋ ਅਸਲ ਦੇ ਵਿੱਚ ਮਾਹਰਾਂ ਦੀ ਇਹ ਰਾਏ ਹੈ ਵੀ ਭਾਵੇਂ ਲਿਬਰਲ ਸੋਚ ਰਹੀ ਹੈ ਵੀ ਸਾਡੀ ਮੈਜੋਰਟੀ ਆ ਸਕਦੀ ਹੈ, ਪਰ ਜੋ ਹਾਲਾਤ ਨੇ ਜਿੰਨੇ ਕੁ ਪੁਆਇੰਟ ਅੱਗੇ ਆ ਲਿਬਰਲ ਦੂਸਰੀਆਂ ਪਾਰਟੀਆਂ ਨਾਲੋਂ, ਉਹ ਅਜੇ ਵੀ ਮੈਜੋਰਟੀ ਦੇ ਵਿੱਚ ਨਹੀਂ ਹੈ। ਹਾਂਜੀ ਬਿਲਕੁਲ, ਦੇਖੋ ਗੱਲ ਇਹ ਕਿ ਸਿਰਫ ਮੈਜੋਰਿਟੀ ਲਿਆਉਣ ਵਾਸਤੇ ਆਪਾਂ ਜੇ ਇਸ ਚੀਜ਼ ਦੀ ਘੋਸ਼ਣਾ ਕੀਤੀ ਇਲੈਕਸ਼ਨ ਦੀ, ਦੈਨ ਦੈਟ ਇਜ਼ ਨਾਟ ਐਥੀਕਲੀ ਕਰੈਕਟ। ਬਿਲਕੁਲ, ਜੇ ਆਪਾਂ ਲੋਕਾਂ ਦੇ ਹਿੱਤ ਵਾਸਤੇ ਗੱਲ ਕਰਦੇ ਹਾਂ ਫਿਰ ਇਹ ਬਿਲਕੁਲ ਸਹੀ ਹੈ। ਲੇਕਿਨ ਕੀ ਕੁਐਸਚਨ ਇਹ ਪੈਦਾ ਹੁੰਦਾ, ਕੁਐਸਚਨ ਇਹ ਹੁੰਦਾ ਕਿ ਇਹ ਡਿਬੇਟ ਕਰਾਈ ਗਈ ਕਿ ਸਭ ਤੋਂ ਪਹਿਲਾਂ ਤਾਂ ਇਹ ਡਿਬੇਟ ਹੋਣੀ ਚਾਹੀਦੀ ਹੈ, ਇਹ ਨਹੀਂ ਕਿ ਕੌਣ ਪਾਰਟੀ ਜਿੱਤੇਗੀ, ਕਿਹੜੀ ਪਾਰਟੀ ਜਿੱਤੇਗੀ, ਕਿਹੜਾ ਲੀਡਰ ਜਿੱਤੇਗਾ, ਕੀ ਚੀਜ਼ ਹੈ। ਸਭ ਤੋਂ ਪਹਿਲਾਂ ਇਹ ਡਿਬੇਟ ਕਰਾਉਣੀ ਚਾਹੀਦੀ ਸੀ ਕਿ ਇਸ ਟਾਈਮ ਸਾਨੂੰ ਇਲੈਕਸ਼ਨ ਦੀ ਲੋੜ ਹੈ ਜਾਂ ਨਹੀਂ ਹੈ। ਜੇ ਲੋਕ ਕਹਿੰਦੇ ਠੀਕ ਹੈ ਜੀ ਸਾਨੂੰ ਇਲੈਕਸ਼ਨ ਦੀ ਲੋੜ ਹੈ, ਸਾਨੂੰ ਅਸੀਂ ਸੈਟੀਸਫਾਈ ਨਹੀਂ ਹੈਗੇ, ਜਾਂ ਅਸੀਂ ਜਿਹੜੀ ਜਗਮੀਤ ਸਾਹਿਬ ਇਹ ਕਹਿੰਦੇ ਵੀ ਇਸ ਨੂੰ ਆਉਣ ਵਾਲੇ ਟਾਈਮ ਵਿੱਚ ਸਪੋਰਟ ਨਹੀਂ ਕਰਨਾ ਚਾਹੁੰਦੇ ਹੈਗੇ ਆ, ਫਿਰ ਜੋ ਇਲੈਕਸ਼ਨ ਹੋਣੀ ਚਾਹੀਦੀ ਸੀ। ਬਿਕੋਜ਼ ਨਾਲੇ ਜੇ ਕੋਈ ਸਰਕਾਰ ਇਸ ਤਰ੍ਹਾਂ ਦਾ ਕੋਈ ਮੁੱਦਾ ਲਿਆਉਂਦੀ ਜਿਹਦੇ ਤੇ ਲੱਗਦਾ ਵੀ ਇਹ ਪਾਸ ਨਹੀਂ ਹੋਣਾ, ਇਹਨੂੰ ਕਿਸੇ ਦੂਸਰੀ ਪਾਰਟੀ ਦੀ ਸਪੋਰਟ ਮਿਲਣੀ, ਫਿਰ ਬਣਦਾ ਸੀ ਕਾਰਨ ਵੀ ਹਾਂ ਇਲੈਕਸ਼ਨ ਹੋਣੀ ਚਾਹੀਦੀ ਹੈ। ਜਾਂ ਇਹ ਜਗਮੀਤ ਸਾਹਿਬ ਇਹ ਕਹਿੰਦੇ ਸੀ ਅਸੀਂ ਸਪੋਰਟ ਤੁਹਾਡਾ ਵਿਡਰਾ ਕਰ ਰਹੇ ਹਾਂ, ਸਪੋਰਟ ਨਹੀਂ ਕਰ ਰਹੇ ਹਾਂ, ਤਾਂ ਵਿਡਰਾ ਕਰਦੇ ਆਟੋਮੈਟਿਕਲੀ ਜਿਹੜੀ ਸਰਕਾਰ ਸੀ ਗਿਰ ਜਾਣੀ ਸੀ। ਬਿਲਕੁਲ, ਫਿਰ ਕਿਸੇ ਨੂੰ ਕਹਿਣ ਦੀ ਵੀ ਲੋੜ ਨਹੀਂ ਪੈਣੀ ਸੀ ਕਿ ਠੀਕ ਇਲੈਕਸ਼ਨਸ ਹੋਣੀਆਂ ਨੇ। ਬਟ ਤੁਸੀਂ ਵੋਲੰਟਰਲੀ ਉਹਨੂੰ ਕਾਲ ਕਰ ਰਹੇ ਹੋ, ਨਹੀਂ ਜੀ ਹੁਣ ਸਾਨੂੰ ਲੋੜ ਹੈ, ਕਿਸ ਚੀਜ਼ ਦੀ ਲੋੜ ਹੈ? ਕੀ ਤੁਹਾਨੂੰ ਕੋਈ ਡਿਸੀਜਨ ਲੈਣ ਦੀ ਲੋੜ ਹੈ ਜਾਂ ਸਪੋਰਟ ਲੈਣ ਦੀ ਲੋੜ ਹੈ, ਜਾਂ ਤੁਸੀਂ ਨੂੰ ਲੱਗਦਾ ਹੈਗਾ ਕਿ ਸਾਨੂੰ ਸਿਰਫ ਇਸ ਕਰਕੇ ਕਿ ਸਾਡੀ ਮੈਜੋਰਟੀ ਚਾਹੀਦੀ ਹੈ ਉਸ ਚੀਜ਼ ਦੀ ਲੋੜ ਹੈ? ਨਾਲੇ ਜਦੋਂ ਪ੍ਰਧਾਨ ਮੰਤਰੀ ਨੇ ਇਲੈਕਸ਼ਨ ਕਾਲ ਕੀਤੀ ਉਸ ਤੋਂ ਬਾਅਦ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ, ਜੋ ਆਪਾਂ ਹੁਣ ਗੱਲ ਕਰ ਰਹੇ ਹਾਂ, ਜਿਹੜੇ ਪੱਤਰਕਾਰਾਂ ਵੱਲੋਂ ਇਹ ਸਵਾਲ ਪੁੱਛਿਆ ਗਿਆ, ਸੋ ਪ੍ਰਧਾਨ ਮੰਤਰੀ ਨੇ ਬੜਾ ਚਤੁਰਾਈ ਦੇ ਨਾਲ, ਬੜਾ ਚਲਾਕੀ ਦੇ ਨਾਲ ਇਹਨਾਂ ਸਵਾਲਾਂ ਨੂੰ ਅਣਗੌਲਿਆ ਕੀਤਾ, ਉਹਨਾਂ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਜੋ ਮੈਂ ਕੀਤਾ ਐਥੀਕਲੀ ਉਹ ਨਹੀਂ ਬਣਦਾ ਸੀਗਾ ਇਸ ਔਖੇ ਸਮੇਂ ਦੌਰਾਨ। ਦੇਖੋ ਜਦ ਅਗਲੇ ਸਾਲ ਜਦ ਇਹ ਜਿਹੜਾ ਕੋਵਿਡ ਦਾ ਮੁੱਦਾ ਜਾਂ ਕੋਵਿਡ ਜਿਹੜਾ ਹੈ ਸੀ ਇਹ ਠੱਲਰ ਪੈ ਜਾਂਦੀ ਹੈ, ਇਹ ਸਬਡਿਊ ਹੋ ਜਾਂਦਾ, ਲੋਕਾਂ ਨੂੰ ਵੈਕਸੀਨੇਸ਼ਨ ਜਿਹੜੀ ਹੈ ਹਜੇ 70% ਆਈ ਥਿੰਕ ਉਹ ਲੱਗ ਚੁੱਕੀ ਹੈ, ਉਦੋਂ ਵੱਧ ਲੱਗ ਚੁੱਕੀ ਹੈ, ਇਹ 100% ਦੇ ਕਰੀਬ ਹੋ ਜਾਂਦੀ ਹੈ ਇਹ। ਔਰ ਆਪਾਂ ਨੂੰ ਇੱਧਰੋਂ ਕੋਈ ਡਰ ਨਾ ਹੁੰਦਾ, ਜਿਹੜੀ ਗਵਰਨਮੈਂਟ ਇੱਧਰ ਇਨਵੈਸਟਮੈਂਟ ਕਰ ਰਹੀ ਹੈ, ਇੱਧਰ ਇਨਵੈਸਟਡ ਹੈ, ਜਿਹੜੀ ਕੋਵਿਡ ਦੇ ਵਿੱਚ ਜਿੰਨਾ ਖਰਚਾ ਹੋਇਆ ਸਾਰਾ ਉਹਦਾ ਵੀ ਆਪਾਂ ਨੇ ਦੇਖਣਾ ਹਰ ਚੀਜ਼ ਦਾ ਹੁੰਦਾ। ਉਸ ਤੋਂ ਬਾਅਦ ਤਾਂ ਫਿਰ ਕੋਈ ਪ੍ਰੋਬਲਮ ਹੀ ਨਹੀਂ ਸੀ। ਬਿਲਕੁਲ, ਪਰ ਇਨ ਬਿਟਵੀਨ ਇਨ ਮਿਡ ਆਫ ਆਲ ਥੀਸ ਥਿੰਗਸ ਕਿ ਹਜੇ ਤਾਂ ਜਦ 4th ਵੇਵ ਦੀ ਆਪਾਂ ਵੇਟ ਕਰ ਰਹੇ ਹੈਗੇ ਆ, ਔਰ ਹੋਰ ਸਾਰਾ ਕੁਝ ਔਰ ਇਹ ਵੱਧ ਰਹੇ ਨੇ ਕੇਸਿਸ ਆਲਰੇਡੀ ਇਸ ਟਾਈਮ ਤੇ। ਬਿਲਕੁਲ, ਹਾਂ, ਇਹ ਵੀ ਆਪਾਂ ਥੋੜੀ ਜਿਹੀ ਨਾਲ ਗੱਲ ਕਰਦੇ ਹਾਂ, ਕਿਉਂਕਿ ਜੋ ਆਪਾਂ ਵੱਖ-ਵੱਖ ਸੂਬਿਆਂ ਦੇ ਹਾਲਾਤ ਦੇਖੀਏ, ਸੋ ਲਗਾਤਾਰ ਜਿਹੜੇ ਕੇਸ ਵੱਧ ਰਹੇ ਨੇ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੰਘੇ ਵੀਕਐਂਡ ਤੇ ਤਕਰੀਬਨ 1400 ਤੋਂ ਵੱਧ ਕੇਸ ਆਏ ਨੇ, ਉੱਥੇ ICU ਦੇ ਵਿੱਚ ਵੀ ਜਿਹੜੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸੇ ਤਰ੍ਹਾਂ ਅੰਟਾਰੀਓ ਦੇ ਵਿੱਚ ਵੀ 500 ਤੋਂ ਵੱਧ ਰੋਜ਼ ਕੇਸ ਆ ਰਹੇ ਨੇ, ਸੋ ਲਗਾਤਾਰ ਗਿਣਤੀ ਵੱਧ ਰਹੀ ਹੈ। ਭਾਵੇਂ ਕਿ ਇਹ ਕਿਹਾ ਜਾ ਰਿਹਾ ਵੀ ਜਿੰਨੇ ਵੀ ਕੇਸ ਨੇ ਜ਼ਿਆਦਾ ਕੇਸ ਉਹ ਉਹਨਾਂ ਲੋਕਾਂ ਦੇ ਵਿੱਚ ਨੇ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਵਾਈ, ਪਰ ਕੇਸ ਤਾਂ ਵੱਧ ਰਹੇ ਨਾ, ਲੋਕਾਂ ਦੇ ਲਈ ਤਾਂ ਚਿੰਤਾ ਦਾ ਵਿਸ਼ਾ ਹੈ ਹੀ, ਚਿੰਤਾ ਦਾ ਵਿਸ਼ਾ ਹੈ। ਨਾਲੇ ਦੂਸਰੀ ਗੱਲ ਇਹ ਹੈ ਕਿ ਹਜੇ ਜਿਵੇਂ ਦੇਖੋ ਜਦ ਇਹ ਚੀਜ਼
ਚੱਲ ਰਹੀ ਹੈ ਹਜੇ। ਹਾਂਜੀ। ਇਸ ਤੋਂ ਬਾਅਦ ਬਿਜ਼ਨੈਸਸ ਹੁਣ ਖੁੱਲੇ ਨੇ। ਸੋ ਸਾਨੂੰ ਇਹ ਲੋੜ ਹੈ ਕਿ ਪਹਿਲਾਂ ਸਾਡੀ ਇਕਨੋਮੀ ਹੈ ਉਹ ਲਾਈਨ ਤੇ ਆ ਜਾਵੇ, ਬਿਜ਼ਨੈਸਸ ਦੁਆਰਾ ਸਾਰੇ ਸ਼ੁਰੂ ਹੋ ਜਾਣ ਬਿਲਕੁਲ, ਔਰ ਉਦੋਂ ਬਾਅਦ ਲੋਕਾਂ ਦੀਆਂ ਜੌਬਸ ਨੇ ਉਹ ਰਿਟੇਨ ਕਰ ਲੈਣ, ਰੀਸਟੋਰ ਕਰ ਲੈਣ, ਉਹ ਬਿਜ਼ਨੈਸ ਚੱਲਣਗੇ ਤਾਂ ਹੀ ਲੋਕਾਂ ਦੀ ਜੌਬਸ ਜਿਹੜੀਆਂ ਹੈ ਨੇ ਉਹ ਦੁਆਰਾ ਆਣਗੇ। ਉਹ ਬਿਲਕੁਲ ਬਿਜ਼ਨੈਸ ਦਾ ਜਿਹੜਾ ਹੈ ਤਾਂ ਹੀ ਜੇ ਉਹਨੂੰ ਪ੍ਰੋਫਿਟੇਬਲ ਹੋਊਗਾ ਤਦੇ ਅੱਗੇ ਵਧੂਗਾ ਸਭ ਕੁਝ। ਸੋ ਜੇ ਸਾਡੀ ਇਕਨੋਮੀ ਬਿਲਕੁਲ ਸਹੀ ਲਾਈਨ ਤੇ ਸਹੀ ਪਾਸੇ ਤੁਰ ਪਈ ਹੋਏਗੀ ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ। ਬਿਲਕੁਲ, ਪਰ ਹਜੇ ਅਸੀਂ ਉਸ ਪੀਰੀਅਡ ਦੇ ਵਿੱਚ ਹੈ ਜਿੱਥੇ ਅਸੀਂ ਉਧਰ ਵੀ ਇਨਵੈਸਟ ਕਰਨਾ ਹੈਗਾ, ਜਿੱਥੇ ਆਮ ਲੋਕਾਂ ਨੂੰ ਵੀ ਇੱਕ ਖਤਰਾ ਹੈ ਕਿ ਸਾਡੀ ਕੱਲ ਨੂੰ ਜੌਬ ਕਦ ਤੱਕ ਹੋਣੀ ਹੈ, ਕਦ ਤੱਕ ਨਹੀਂ ਹੋਣੀ ਹੈਗੀ ਹੈ, ਕਿ ਬਿਜ਼ਨੈਸ ਕਿਸ ਤਰ੍ਹਾਂ ਇਹਨੂੰ ਕਰਨਗੇ, ਕੀ ਕਹਿਣਗੇ, ਕੀ ਹੋਊਗਾ ਬਿਜ਼ਨਸ ਬਾਰੇ ਅੱਗੇ ਸੋਚਣਾ ਪੈਣਾ ਆਪਾਂ ਨੂੰ ਇਸ ਚੀਜ਼ ਬਾਰੇ। ਔਰ ਦੂਸਰੀ ਗੱਲ ਹੈ ਕਿ ਕਿੰਨਾ ਕੁ ਹੋਰ ਖਰਚਾ ਹੋਣਾ ਇਸ ਚੀਜ਼ ਦੇ ਵਿੱਚ। ਜੇ ਸੀਵਰ ਵੇਵ ਆ ਜਾਂਦੀ ਹੈ ਕਿ ਫਿਰ ਸਾਨੂੰ ਇਹ ਲੋਕਡਾਊਨ ਕਰਨਾ ਪਏਗਾ। ਸੋ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਨੂੰ ਲੱਗਦਾ ਕਿ ਸਾਨੂੰ ਵੇਟ ਕਰਨਾ ਚਾਹੀਦਾ ਸੀ ਘੱਟੋ ਘੱਟ ਨੈਕਸਟ ਈਅਰ ਤੱਕ, ਜਦ ਤੱਕ ਇਹ ਚੀਜ਼ ਨੂੰ ਫਿਰ ਉਸ ਟਾਈਮ ਦੇਖਣਾ ਸੀ ਕਿ ਠੀਕ ਹੈ ਸਾਨੂੰ ਇਲੈਕਸ਼ਨ ਦੀ ਲੋੜ ਹੈ ਜਾਂ ਨਹੀਂ ਹੈ। ਕਿਉਂਕਿ ਮੈਨੂੰ ਇਹ ਲੱਗਦਾ ਵੀ ਜਿਹੜਾ ਲਿਬਰਲ ਪਾਰਟੀ ਨੂੰ ਇਹ ਲੱਗਾ, ਕਿਉਂਕਿ ਜਿਹੜੀਆਂ ਦੋਨੇ ਪਾਰਟੀਆਂ ਨੇ ਉਹ ਤਾਂ ਸਿੱਧੀ ਗੱਲ ਹੈ ਵੀ ਐਨਡੀਪੀ ਦੀ ਸਰਕਾਰ ਤਾਂ ਕਿਸੇ ਹਾਲਾਤ 'ਚ ਬਣਦੀ ਨਜ਼ਰ ਨਹੀਂ ਆਉਂਦੀ, ਵੀ ਜਿਹੜੀ ਕੰਜ਼ਰਵੇਟਿਵ ਵੀ ਆ ਉਹ ਵੀ ਇਸ ਹਾਲਾਤ ਦੇ ਵਿੱਚ ਨਹੀਂ ਗਈ ਵੀ ਉਹ ਸਰਕਾਰ ਬਣਾ ਸਕੇ। ਸੋ ਲਿਬਰਲ ਨੂੰ ਇੱਕ ਤਾਂ ਇਹ ਲੱਗਾ ਵੀ ਜਿੰਨੇ ਵੀ ਪੋਲ ਆ ਰਹੇ ਨੇ ਸਾਡੀ ਜਿਹੜੀ ਸਥਿਤੀ ਕਾਫੀ ਮਜ਼ਬੂਤ ਹੈ, ਤੇ ਬਾਕੀ ਜਿਹੜਾ ਇਹਨੇ ਬਿਲੀਅਨਸ ਆਫ ਡਾਲਰ ਲੋਕਾਂ ਨੂੰ ਵੰਡੇ ਨੇ, ਸਾਰਿਆਂ ਨੂੰ ਵੱਡੀ ਗੱਲ ਤਾਂ ਇਹਦਾ ਜਿਹੜਾ ਫਾਇਦਾ ਲਾਹਾ ਲੈਣਾ ਚਾਹੁੰਦੇ ਸੀਗੇ ਵੀ ਹੁਣ ਬੜਾ ਸਹੀ ਟਾਈਮ ਹੈ। ਜੇ ਸਰਕਾਰ ਐਨਡੀਪੀ ਦੇ ਸਹਾਰੇ ਚੱਲਦੀ ਵੀ ਰਹੀ, ਸਾਡੇ 4 ਸਾਲ ਪੂਰੇ ਹੋ ਵੀ ਗਏ, ਉਸ ਤੋਂ ਬਾਅਦ ਲੋਕਾਂ ਨੇ ਭੁੱਲ ਭੁਲਾ ਜਾਣਾ, ਤਾਂ ਉਹਦੇ ਬਾਅਦ ਹੋ ਸਕਦਾ ਸਾਡੀ ਸਰਕਾਰ ਦੁਆਰਾ ਨਾ ਆਵੇ। ਸੋ ਮੇਰਾ ਖਿਆਲ ਇਹ ਪੋਲੀਟੀਕਲੀ ਮੋਟੀਵੇਟਡ ਹੈ ਵੀ ਅਸੀਂ ਡਜ਼ਨਟ ਮੈਟਰ ਲੋਕਾਂ ਦਾ ਕੀ ਬਣਦਾ, ਚੌਥੀ ਵੇਵ ਆਉਂਦੀ ਆ। ਈਵਨ ਜਿਹੜੇ ਆਪਣੇ ਥੈਰੇਸਾ ਟਾਈਮ ਨੇ ਉਹਨਾਂ ਨੇ ਵੀ ਇਹ ਕਿਹਾ ਵੀ ਜੇ ਇਲੈਕਸ਼ਨ ਆ ਗਈ ਹੈ ਤਾਂ ਕੋਈ ਵੱਡਾ ਮੁੱਦਾ ਨਹੀਂਗਾ, ਇਹ ਜਿਸ ਤਰ੍ਹਾਂ ਲੋਕ ਆਪਣੇ ਕੋਵਿਡ ਦੇ ਪ੍ਰੋਟੋਕਾਲ ਨੂੰ ਫੋਲੋ ਕਰ ਰਹੇ ਨੇ, ਪਾਬੰਦੀਆਂ ਨੂੰ ਫੋਲੋ ਕਰ ਰਹੇ ਨੇ, ਇਸੇ ਤਰ੍ਹਾਂ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੂੰ ਫੋਲੋ ਕਰਕੇ ਇਲੈਕਸ਼ਨ ਕਰਵਾਈ ਜਾ ਸਕਦੀ ਹੈ। ਸੋ ਕਿਤੇ ਨਾ ਕਿਤੇ ਸਾਰਾ ਕੁਝ ਰਲਿਆ ਮਿਲਿਆ ਹੈ, ਤੇ ਲੋਕ ਹਾਲਾਂਕਿ ਲੋਕਾਂ ਦੀ ਸਿੱਧੇ ਤਰੀਕੇ ਦੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਲਿਆ ਗਿਆ, ਵੀ ਲੋਕਾਂ ਨੂੰ ਪੁੱਛਿਆ ਨਹੀਂ ਗਿਆ ਵੀ ਕੀ ਇਸ ਸਮੇਂ ਜਿਹੜੀ ਲੋੜ ਹੈ। ਜੇ ਹੋਰ ਪੋਲ ਹੋਏ ਨੇ ਲੋਕਾਂ ਤੋਂ ਵੀ ਇਸ ਤਰ੍ਹਾਂ ਦਾ ਵੀ ਪੋਲ ਲੈਣਾ ਚਾਹੀਦਾ ਸੀਗਾ ਵੀ ਕੀ ਇਸ ਟਾਈਮ ਇਲੈਕਸ਼ਨ ਦੀ ਲੋੜ ਹੈ। ਬਿਲਕੁਲ ਇਹ ਲੈਣਾ ਚਾਹੀਦਾ ਸੀ। ਹਾਂਜੀ, ਔਰ ਕਿਉਂਕਿ ਲੋਕ ਇਸ ਟਾਈਮ ਕਨਫਿਊਜ਼ ਹੋ ਜਾਣਗੇ, ਮੈਨੂੰ ਜੋ ਲੱਗਦਾ ਹੈ। ਹਾਂਜੀ, ਉਹਨਾਂ ਨੂੰ ਇਹ ਸਮਝ ਨਹੀਂ ਆਏਗਾ ਕਿ ਅਸੀਂ ਆਪਣੀ ਜਿਹੜੀ ਆਬਲੀਗੇਸ਼ਨਸ ਨੂੰ ਪੂਰੀ ਕਰੀਏ ਜਾਂ ਅਸੀਂ ਐਥੀਕਲੀ ਆਪਣੇ ਆਪ ਨੂੰ ਸਹੀ ਕਰੀਏ, ਜਾਂ ਪੋਲੀਟੀਕਲ ਉਹ ਪੋਲੀਟੀਕਲੀ ਜਿਹੜਾ ਹੈ ਉਹ ਕਲੀਅਰ ਮਾਈਂਡ ਹੋ ਕੇ ਆਪਣਾ ਇਸ ਚੀਜ਼ ਨੂੰ ਵੋਟ ਨਹੀਂ ਪਾ ਪਾਣਗੇ, ਜੋ ਮੈਨੂੰ ਇਸ ਚੀਜ਼ ਦਾ ਲੱਗਦਾ ਹੈ। ਬਿਲਕੁਲ, ਬਾਕੀ ਲੋਕਾਂ ਨੂੰ ਖੁਦ ਇਸ ਚੀਜ਼ ਸਮਝਦਾਰੀ ਹੋਣੀ ਚਾਹੀਦੀ ਹੈਗੀ ਕਿ ਠੀਕ ਹੈ, ਇਟ ਇਜ਼ ਨਾਟ ਅ ਮੈਟਰ ਆਫ ਦਿਸ ਈਅਰ ਔਰ ਨੈਕਸਟ ਈਅਰ, ਇਹ ਲੰਬੇ ਵਾਸਤੇ ਆਪਾਂ ਸੋਚ ਕੇ ਜੋ ਗੱਲ ਕਰਾਂਗੇ ਉਹ ਜ਼ਿਆਦਾ ਬਿਹਤਰ ਹੋਊਗਾ। ਬਿਲਕੁਲ, ਹਰਕਿਰਤ ਜੀ ਅੱਜ ਸਟੂਡੀਓ ਵਿੱਚ ਤੁਸੀਂ ਹਾਜ਼ਰ ਹੋਏ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਿਮਰ ਜੀ। ਅਗਲੇ ਹਫ਼ਤੇ ਫਿਰ ਤੁਹਾਡੇ ਲਈ ਇੱਕ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ ਸਟਾਰ ਟਾਕ ਦੇ ਵਿੱਚ। ਹੁਣ ਮੈਨੂੰ ਦਿਓ ਇਜਾਜ਼ਤ, ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ, ਪਰ ਤੁਸੀਂ ਦੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।